ਸਿੱਖ ਮਿਸਲਾਂ ਦੇ ਤਿੰਨ ਸਰਦਾਰ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਆਹਲੂਵਾਲੀਆ ਅਤੇ ਸਰਦਾਰ ਬਘੇਲ ਸਿੰਘ ਕਰੋੜ ਸਿੰਘੀਆ ਵੱਲੋਂ ਦਿੱਲੀ ਤੇ ਲਾਲ ਕਿਲੇ ਤੇ ਕਬਜ਼ਾ, 30 ਹਜ਼ਾਰੀ ਮੈਦਾਨ ਅਤੇ ਮੋਰੀ ਗੇਟ ਬਾਰੇ ਜਾਣਕਾਰੀ ਅਤੇ ਸਰਦਾਰ ਬਘੇਲ ਸਿੰਘ ਵੱਲੋਂ ਕਿਵੇਂ ਇੱਕ ਮਸਜਿਦ ਨੂੰ ਢਾਹ ਕੇ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਉਸਾਰੀ ਕਰਵਾਈ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨ 1773 ਚ ਸਿੱਖ ਮਿਸਲਾਂ ਦੇ ਤਿੰਨ ਸਰਦਾਰ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਸਰਦਾਰ ਬਘੇਲ ਸਿੰਘ ਕਰੋੜ ਸਿੰਘੀਆ ਆਪਣੀਆਂ ਫੌਜਾਂ ਲੈ ਕੇ ਦਿੱਲੀ ਜਿੱਤਣ ਦੇ ਇਰਾਦੇ ਨਾਲ ਆ ਪਹੁੰਚੇ। ਬਘੇਲ ਸਿੰਘ ਦੀ ਫੌਜ ਦੀ ਗਿਣਤੀ 30,000 ਸੀ। ਉਸ ਨੇ ਆਪਣੀ ਫੌਜ ਦੇ ਤੰਬੂ ਜਿੱਥੇ ਲਾਏ ਉਹ 6 ਮਹੀਨੇ ਤੱਕ ਲੱਗੇ ਰਹੇ। ਇਸੇ ਤੋਂ ਇਸ ਮੈਦਾਨ ਦਾ ਨਾਮ 30 ਹਜ਼ਾਰੀ ਪੈ ਗਿਆ। 30 ਹਜ਼ਾਰੀ ਮੈਦਾਨ ਦੇ ਸਾਹਮਣੇ ਕਰਕੇ ਮੋਰੀ ਗੇਟ ਹੈ। ਇਸ ਦੇ ਸਾਹਮਣੇ ਹੀ ਚਰਸਤੇ ਤੇ ਘੋੜੇ ਤੇ ਸਵਾਰ ਹੋਏ ਨਿਕਲਸਨ ਦਾ ਬੁੱਤ ਲੱਗਿਆ ਹੋਇਆ ਸੀ, ਜੋ ਬਾਅਦ ਵਿੱਚ ਇੱਥੋਂ ਹਟਾ ਦਿੱਤਾ ਗਿਆ। ਬਘੇਲ ਸਿੰਘ ਦੇ ਸਮੇਂ ਤੋਂ ਪਹਿਲਾਂ ਇਹ ਮੋਰੀ ਗੇਟ ਨਹੀਂ ਸੀ ਹੁੰਦਾ, ਸਿਰਫ ਇੱਕ ਮੋਟੀ ਵੱਡੀ ਕੰਧ ਸੀ। ਬਘੇਲ ਸਿੰਘ ਨੇ ਇਸ ਕੰਧ ਨੂੰ ਤੋੜ ਕੇ ਅੰਦਰ ਜਾਣ ਦਾ ਰਸਤਾ ਭਾਵ ਮੋਰੀ ਬਣਾ ਲਿਆ। ਬਾਅਦ ਚ ਇਸ ਟੁੱਟੀ ਹੋਈ ਕੰਧ ਦੀ ਥਾਵੇਂ ਦਰਵਾਜ਼ਾ ਲਾ ਦਿੱਤਾ ਗਿਆ। ਇਸ ਤੋਂ ਇਸ ਦਰਵਾਜ਼ੇ ਦਾ ਨਾਮ ਮੋਰੀ ਦਰਵਾਜ਼ਾ ਪੈ ਗਿਆ। ਪਰ ਦਿੱਲੀ ਉੱਤੇ ਤਿੰਨ ਸਿੱਖ ਸਰਦਾਰਾਂ ਦਾ ਅਸਲੀ ਅਤੇ ਵੱਡਾ ਹਮਲਾ ਕਿਸੇ ਕਾਰਨ ਇਸ ਪਾਸਿਓਂ ਨਹੀਂ ਹੋਇਆ, ਬਲਕਿ ਦਿੱਲੀ ਦਰਵਾਜ਼ੇ ਵੱਲੋਂ ਹੋਇਆ, ਜੋ ਮੋਰੀ ਦਰਵਾਜ਼ੇ ਜਾਂ ਕਸ਼ਮੀਰੀ ਦਰਵਾਜ਼ੇ ਦੇ ਐਨ ਵਿਪਰੀਤ ਦਿਸ਼ਾ ਵੱਲ ਯਾਨੀ ਦੱਖਣ ਵੱਲ ਹੈ। ਤਿੰਨੇ ਜਥੇਦਾਰਾਂ ਦੀਆਂ ਫੌਜਾਂ ਦਿੱਲੀ ਦਰਵਾਜ਼ੇ ਦੇ ਸਾਹਮਣੇ ਆ ਖੜੀਆਂ ਹੋਈਆਂ। ਮੁਗਲ ਬਾਦਸ਼ਾਹ ਸ਼ਾਹ ਆਲਮ ਨੇ ਉਹਨਾਂ ਦਾ ਮੁਕਾਬਲਾ ਕਰਨ ਲਈ ਪਹਿਲਾਂ ਆਪਣੇ ਪੁੱਤਰ ਮਿਰਜ਼ਾ ਸ਼ਕੋਹ ਨੂੰ ਭੇਜਿਆ। ਜਦ ਉਹ ਨਾਕਾਮ ਰਿਹਾ ਤਾਂ ਮੁਗਲ ਸਿਪਾਹ ਸਲਾਰ ਆਪਣੀ ਫੌਜ ਇਕੱਠੀ ਕਰਕੇ ਆਣ ਪਹੁੰਚਿਆ। ਇਸ ਤੋਂ ਪਹਿਲਾਂ ਕਿ ਮੁਗਲਾਂ ਦੀਆਂ ਤੋਪਾਂ ਦੇ ਗੋਲੇ ਸਿੰਘਾਂ ਦੀ ਫੌਜ ਦਾ ਕੁਝ ਨੁਕਸਾਨ ਕਰਦੇ, ਸਿੰਘ ਦਿੱਲੀ ਦਰਵਾਜ਼ੇ ਨੂੰ ਤੋੜ ਕੇ ਅੰਦਰ ਜਾ ਵੜੇ। ਮੁਗਲ ਸਿਪਾਹੀ ਆਪਣੀ ਜਾਨ ਬਚਾ ਕੇ ਲਾਲ ਕਿਲੇ ਦੇ ਅੰਦਰ ਜਾ ਵੜੇ ਅਤੇ ਕਿਲੇ ਦਾ ਦਰਵਾਜ਼ਾ ਬੰਦ ਕਰ ਲਿਆ। ਸਿੰਘਾਂ ਦੀਆਂ ਫੌਜਾਂ ਦਰਿਆ ਗੰਜ ਚੋਂ ਅਤੇ ਫੇਰ ਲਾਲ ਕਿਲੇ ਦੀ ਕੰਧ ਕੋਲੋਂ ਲੰਘਦਿਆਂ ਚਾਂਦਨੀ ਚੌਂਕ ਦੇ ਅੰਦਰ ਜਾ ਵੜੀਆਂ। ਅੰਦਰ ਵੜਨ ਤੋਂ ਪਹਿਲਾਂ ਉਹ ਕੁਝ ਦੇਰ ਲਈ ਲਾਲ ਕਿਲੇ ਅਤੇ ਚਾਂਦਨੀ ਚੌਂਕ ਵਿਚਕਾਰ ਬਣੀ ਇੱਕ ਉੱਚੀ ਸ਼ਾਨਦਾਰ ਹਵੇਲੀ ਕੋਲ ਆ ਰੁਕੇ। ਇਹ ਸਮਰੂ ਬੇਗਮ ਦੀ ਹਵੇਲੀ ਸੀ। ਇੱਕ ਬਹੁਤ ਬਹਾਦਰ ਤੇ ਧੜੱਲੇਦਾਰ ਔਰਤ ਸੀ। ਦਿੱਲੀ ਤੋਂ 50-60 ਕਿਲੋਮੀਟਰ ਦੂਰ ਸਿਰਧਾਨਾ ਨਾਮ ਦੀ ਇੱਕ ਛੋਟੀ ਜੀ ਰਿਆਸਤ ਦੀ ਸੁਤੰਤਰ ਹੁਕਮਰਾਨ ਸੀ। ਆਪਣੀ ਰਾਜਨੀਤਿਕ ਸਮਝਦਾਰੀ ਨਾਲ ਇਸ ਨੇ ਆਪਣੇ ਸਬੰਧ ਉਸ ਸਮੇਂ ਦੀਆਂ ਤਿੰਨ ਤਾਕਤਾਂ ਅੰਗਰੇਜ਼, ਮੁਗਲ ਅਤੇ ਸਿੱਖ ਸਾਰਿਆਂ ਨਾਲ ਦੋਸਤਾਨਾ ਰੱਖੇ ਹੋਏ ਸਨ। ਵਧੇਰੇ ਜਾਣਕਾਰੀ ਵਾਸਤੇ ਤੁਸੀਂ ਨੈਟਫਲਿਕਸ ਤੇ ਬੀਚਮ ਹਾਊਸ ਸੀਰੀਜ਼ ਅੰਦਰ ਲਾਰਾ ਦੱਤਾ ਵੱਲੋਂ ਬੇਗਮ ਸਮਰੂ ਦਾ ਕਿਰਦਾਰ ਨਿਭਾਇਆ ਗਿਆ ਹੈ, ਉਹ ਵੀ ਦੇਖਿਆ ਜਾ ਸਕਦਾ ਹੈ। ਬਘੇਲ ਸਿੰਘ ਨੂੰ ਆਸ ਸੀ ਉਹ ਆ ਗਈ ਹੋਵੇਗੀ। ਬਘੇਲ ਸਿੰਘ ਨੇ ਅਤੇ ਸ਼ਾਹ ਆਲਮ ਨੇ ਵੀ ਉਸ ਨੂੰ ਆਉਣ ਦੇ ਸੁਨੇਹੇ ਭੇਜ ਦਿੱਤੇ ਹੋਏ ਸਨ। ਸਮਰੂ ਬੇਗਮ ਦੀ ਮੌਤ ਤੋਂ ਬਾਅਦ ਇਸ ਕੋਠੀ ਨੂੰ ਭਗੀਰਥ ਮਲ ਨਾਮ ਦੇ ਆਦਮੀ ਨੇ ਖਰੀਦ ਲਿਆ। ਹੁਣ ਇਸ ਕੋਠੀ ਦਾ ਨਾਮ ਭਗੀਰਥ ਪੈਲਸ ਹੈ। ਇਸ ਦੇ ਦੁਆਲੇ ਦਿੱਲੀ ਦੀ ਸਭ ਤੋਂ ਵੱਡੀ ਬਿਜਲੀ ਦੀ ਸਾਮਾਨ ਦੀ ਮਾਰਕੀਟ ਹੈ। ਸਮਰੂ ਬੇਗਮ ਦੀ ਕੋਠੀ ਦੇ ਬਾਹਰ ਉਸ ਦੇ 3-4 ਕਰਿੰਦੇ ਖੜੇ ਸਨ। ਚਾਂਦਨੀ ਚੌਂਕ ਦੇ ਬਾਕੀ ਸਾਰੇ ਵਸਨੀਕ ਡਰਦੇ ਮਾਰੇ ਦੁਕਾਨਾਂ ਬੰਦ ਕਰਕੇ ਅੰਦਰ ਵੜ ਗਏ ਸਨ। ਦਿੱਲੀ ਵੱਲ ਕੂਚ ਕਰਨ ਲੱਗਿਆਂ ਬਘੇਲ ਸਿੰਘ ਮਨ ਹੀ ਮਨ ਇਹ ਨਿਸ਼ਚਾ ਕਰ ਆਇਆ ਸੀ ਕਿ ਜੇ ਵਾਹਿਗੁਰੂ ਜੀ ਨੇ ਉਸ ਨੂੰ ਦਿੱਲੀ ਦੀ ਫਤਿਹਯਾਬੀ ਬਖਸ਼ੀ ਤਾਂ ਉਹਨਾਂ ਸਾਰੇ ਸਥਾਨਾਂ ਦੀ ਖੋਜ ਪਛਾਣ ਕਰੇਗਾ ਜਿੱਥੇ ਜਿੱਥੇ ਗੁਰੂ ਸਾਹਿਬਾਨ ਆ ਕੇ ਠਹਿਰੇ ਜਾਂ ਸ਼ਹੀਦੀਆਂ ਦਿੱਤੀਆਂ ਸਨ। ਫਿਰ ਉਹਨਾਂ ਸਥਾਨਾਂ ਤੇ ਗੁਰਦੁਆਰਿਆਂ ਦਾ ਨਿਰਮਾਣ ਕਰਵਾਏਗਾ। ਬਘੇਲ ਸਿੰਘ ਨੇ ਸਮਰੂ ਬੇਗਮ ਦੇ ਕਰਿੰਦਿਆਂ ਤੋਂ ਪੁੱਛਿਆ ਕਿ ਕੀ ਉਹਨਾਂ ਨੂੰ ਪਤਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਸ ਥਾਵੇਂ ਸ਼ਹੀਦ ਕੀਤਾ ਗਿਆ ਸੀ। ਉਹਨਾਂ ਨੂੰ ਤਾਂ ਕੁਝ ਪਤਾ ਨਹੀਂ, ਪਰ ਉਹਨਾਂ ਦੀ ਸਹਾਇਤਾ ਨਾਲ ਬਘੇਲ ਸਿੰਘ ਨੇ ਉਸ ਸਥਾਨ ਦੀ ਨਿਸ਼ਾਨਦੇਹੀ ਕਰ ਲਈ ਜਿੱਥੇ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਸੀ। ਇਹ ਸਥਾਨ
ਉਸੇ ਮਸਜਿਦ ਦੇ ਕੋਲ ਹੈ ਜਿੱਥੇ ਨਾਦਰ ਸ਼ਾਹ ਨੇ ਆਪਣੀ ਤਲਵਾਰ ਮਿਆਨ ਚੋਂ ਕੱਢ ਕੇ ਦਿੱਲੀ 'ਚ ਕਤਲੇ-ਆਮ ਕਰਨ ਦਾ ਹੁਕਮ ਦਿੱਤਾ ਸੀ। ਸਿੰਘਾਂ ਦੇ ਸਿਪਾਹੀ ਕੁਝ ਦਿਨ ਤੱਕ ਦਿੱਲੀ ਲੁੱਟ-ਮਾਰ ਕਰਦੇ ਰਹੇ। ਬਘੇਲ ਸਿੰਘ ਨੇ ਆਪਣੇ ਸਿੰਘਾਂ ਨੂੰ ਸਖਤ ਚੇਤਾਵਨੀ ਦਿੱਤੀ ਸੀ ਕਿ ਸਿਰਫ ਅਮੀਰ ਵਪਾਰੀਆਂ ਅਤੇ ਮੁਗਲਾਂ ਦੇ ਅਮੀਰ ਮੁਸਹਿਬਾਂ ਦੇ ਘਰਾਂ ਨੂੰ ਹੀ ਲੁੱਟਿਆ ਜਾਵੇ। ਫਿਰ ਇੱਕ ਦਿਨ ਸਮਰੂ ਬੇਗਮ ਬਘੇਲ ਸਿੰਘ ਦੇ ਕੋਲ ਪਹੁੰਚੀ। ਆ ਕੇ ਉਸਨੇ ਬਘੇਲ ਸਿੰਘ ਨੂੰ ਦੱਸਿਆ ਕਿ ਬਾਦਸ਼ਾਹ ਸ਼ਾਹ ਆਲਮ ਨੇ ਹੀ ਉਸ ਨੂੰ ਉਸ ਕੋਲ ਭੇਜਿਆ ਹੈ ਅਤੇ ਉਹ ਤੁਹਾਨੂੰ ਮਿਲਣਾ ਚਾਹੁੰਦਾ ਹੈ। ਦਿੱਲੀ ਦੀ ਰਿਆਇਆ ਤਾਂ ਪਹਿਲਾਂ ਹੀ ਬਹੁਤ ਸਤਾਈ ਹੋਈ ਸੀ, ਕਦੀ ਭਰਤਪੁਰ ਦੇ ਜੱਟਾਂ ਤੋਂ, ਕਦੀ ਰੋਹੇਲਿਆਂ ਤੋਂ। ਸਮਰੂ ਬੇਗਮ ਇਹ ਵੀ ਸਮਝ ਗਈ ਹੋਈ ਸੀ ਕਿ ਸਿੰਘਾਂ ਨੇ ਬੇਸ਼ੱਕ ਮੁਗਲ ਬਾਦਸ਼ਾਹ ਦੀਆਂ ਫੌਜਾਂ ਨੂੰ ਹਰਾ ਕੇ ਦਿੱਲੀ ਜਿੱਤ ਲਈ ਹੈ, ਪਰ ਦਿੱਲੀ ਦੇ ਤਖਤ ਤੇ ਬੈਠ ਕੇ ਹਿੰਦੁਸਤਾਨ ਤੇ ਹਕੂਮਤ ਕਰਨਾ ਹਾਲੇ ਇਹਨਾਂ ਦੇ ਵੱਸ ਦਾ ਕੰਮ ਨਹੀਂ। ਉਸ ਸਮੇਂ ਤੱਕ ਜੱਸਾ ਸਿੰਘ ਰਾਮਗੜੀਆ ਅਤੇ ਆਹਲੂਵਾਲੀਆ ਨੇ ਆਪਣੀਆਂ ਫੌਜਾਂ ਦੇ ਡੇਰੇ ਮਜਨੂ ਟਿੱਲੇ ਦੇ ਗੁਰਦੁਆਰੇ ਕੋਲ ਜਾ ਲਾਏ ਸਨ। ਇੱਕ ਦਿਨ ਉਹ ਦੋਵੇਂ ਆਪਣੇ ਘੋੜ ਸਵਾਰ ਲੈ ਕੇ ਲਾਲ ਕਿਲੇ ਦੇ ਅੰਦਰ ਜਾ ਵੜੇ। ਜੱਸਾ ਸਿੰਘ ਆਹਲੂਵਾਲੀਆ ਦੀਆਂ ਸੈਨਾਵਾਂ ਰਾਮਗੜੀਆ ਦੇ ਸਿੰਘਾਂ ਤੋਂ ਪਹਿਲਾਂ ਪਹੁੰਚ ਗਈਆਂ ਹੋਈਆਂ ਸਨ। ਜੱਸਾ ਸਿੰਘ ਆਹਲੂਵਾਲੀਆ ਦੇ ਸਿਪਾਹੀਆਂ ਨੇ ਉਸ ਨੂੰ ਚੁੱਕ ਕੇ ਦੀਵਾਨੇ ਆਮ 'ਚ ਪਏ ਸ਼ਾਹੀ ਤਖਤ ਉੱਤੇ ਬਿਠਾ ਦਿੱਤਾ ਅਤੇ ਪਾਤਸ਼ਾਹ ਸਿੰਘ ਦੀ ਉਪਾਧੀ ਦੇ ਕੇ ਜੈਕਾਰੇ ਬੁਲਾਉਣੇ ਸ਼ੁਰੂ ਕਰ ਦਿੱਤੇ। ਉਸੇ ਵੇਲੇ ਰਾਮਗੜੀਆ ਵੀ ਉੱਥੇ ਆਣ ਪਹੁੰਚਿਆ ਅਤੇ ਆਹਲੂਵਾਲੀਏ ਨੂੰ ਤਖਤ ਤੋਂ ਉਤਾਰਨ ਲਈ ਕਿਹਾ। ਦੋਵਾਂ ਪਾਸਿਆਂ ਤੋਂ ਤਲਵਾਰਾਂ ਨਿਕਲ ਆਈਆਂ। ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਆਹਲੂਵਾਲੀਆ ਤਖਤ ਤੋਂ ਥੱਲੇ ਉਤਰ ਆਇਆ। ਸਥਿਤੀ ਇਹ ਸੀ ਕਿ ਹੁਣ ਮੁਗਲਾਂ ਦੀ ਹਕੂਮਤ ਬਹੁਤ ਸੁੰਗੜ ਕੇ ਘਟ ਗਈ ਸੀ। ਕਹਾਵਤ ਬਣ ਗਈ ਸੀ, ਹਕੂਮਤ ਸ਼ਾਹ ਆਲਮ ਦਿੱਲੀ ਤਾਂ ਪਾਲਮ। ਭਾਰਤ ਦੇ ਬਹੁਤ ਸਾਰੇ ਇਲਾਕੇ ਉੱਤੇ ਮਰਾਠਿਆਂ, ਭਰਤਪੁਰ ਦੇ ਜੱਟਾਂ, ਰੋਹੇਲਿਆਂ ਜਾਂ ਇਸੇ ਤਰ੍ਹਾਂ ਦੇ ਹੋਰ ਅਨੇਕਾਂ ਵਰਗਾਂ ਦਾ ਰਾਜ ਸਥਾਪਿਤ ਹੋ ਗਿਆ ਸੀ। ਸ਼ਾਹ ਆਲਮ ਮਹਿਸੂਸ ਕਰਨ ਲੱਗ ਪਿਆ ਸੀ ਕਿ ਜੇ ਉਸ ਨੂੰ ਖਾਲਸੇ ਦੀ ਸਹਾਇਤਾ ਪ੍ਰਾਪਤ ਹੋ ਜਾਵੇ ਤਾਂ ਉਸ ਦੀ ਹਕੂਮਤ ਦਾ ਸਿੱਕਾ ਕੁਝ ਦਿਨ ਹੋਰ ਚੱਲ ਸਕਦਾ ਹੈ। ਅਗਲੇ ਦਿਨ ਬਘੇਲ ਸਿੰਘ ਦੇ ਚੁਣੇ ਹੋਏ 1000 ਘੋੜ ਸਵਾਰਾਂ ਦਾ ਜਥਾ ਦਿੱਲੀ ਦੇ ਮੋਰੀ ਦਰਵਾਜ਼ੇ ਚੋਂ ਨਿਕਲ ਕੇ ਦਿੱਲੀ ਸ਼ਹਿਰ ਵਿੱਚ ਦਾਖਲ ਹੋ ਗਿਆ। ਇਹਨਾਂ ਸਾਰਿਆਂ ਦੀਆਂ ਚੌੜੀਆਂ ਛਾਤੀਆਂ, ਉੱਚੇ ਕੱਦ, ਭਰਵੇਂ ਚਿਹਰਿਆਂ ਤੇ ਸਜੀਆਂ ਦਾੜੀਆਂ ਤੇ ਸਿਰ ਤੇ ਨੀਲੇ ਰੰਗ ਦੀਆਂ ਵੱਡੀਆਂ ਵੱਡੀਆਂ ਪੱਗਾਂ ਬੰਨੀਆਂ ਹੋਈਆਂ ਜਿਨ੍ਹਾਂ ਦੁਆਲੇ ਗੋਲ ਚੱਕਰ ਚਮਕ ਰਹੇ ਸਨ। ਇਹਨਾਂ ਦੀਆਂ ਪਿੱਠਾਂ ਉੱਤੇ ਵੱਡੀਆਂ ਵੱਡੀਆਂ ਢਾਲਾਂ, ਲੱਕਾਂ ਨਾਲ ਲਮਕਦੀਆਂ ਤਲਵਾਰਾਂ ਅਤੇ ਹੱਥਾਂ 'ਚ ਲੰਮੇ ਆਕਾਰ ਦੇ ਬਰਛੇ ਫੜੇ ਹੋਏ। ਕਈਆਂ ਨੇ ਬਰਛੇ ਦੀ ਥਾਵੇਂ ਛੋਟੇ ਆਕਾਰ ਦੇ ਕਮਾਨ ਚੁੱਕੇ ਹੋਏ ਸਨ, ਕੁਝ ਇਸ ਤਰ੍ਹਾਂ ਕਿ ਲੋੜ ਵੇਲੇ ਇਸ ਦੀ ਵਰਤੋਂ ਝਟਪਟ ਹੋ ਸਕੇ। ਇਸ ਖਾਲਸਾਈ ਜਲੂਸ ਦਾ ਮਕਸਦ ਦਿੱਲੀ ਵਾਸੀਆਂ ਉੱਤੇ ਚੰਗਾ ਰੋਹਬ ਪਾਉਣਾ ਹੀ ਸੀ। ਮੁਗਲ ਬਾਦਸ਼ਾਹ ਸ਼ਾਹ ਆਲਮ ਨੇ ਵੀ ਸਾਰੇ ਸ਼ਹਿਰ 'ਚ ਡੌਂਡੀ ਪਟਵਾ ਦਿੱਤੀ ਸੀ ਕਿ ਇਹ ਖਾਲਸਾ ਫੌਜ ਬਾਦਸ਼ਾਹ ਸਲਾਮਤ ਨੂੰ ਮਿਲਣ ਆ ਰਹੀ ਹੈ, ਲਿਹਾਜ਼ਾ ਕੋਈ ਵੀ ਸ਼ਹਿਰੀ ਇਸ ਤਰ੍ਹਾਂ ਦੀ ਹਰਕਤ ਨਾ ਕਰੇ ਜੋ ਇਹਨਾਂ ਦੀ ਸ਼ਾਨ ਦੇ ਖਿਲਾਫ ਹੋਵੇ। ਸਮਰੂ ਬੇਗਮ ਦੀ ਤਜਵੀਜ਼ ਮੰਨਣ ਤੋਂ ਪਹਿਲਾਂ ਬਘੇਲ ਸਿੰਘ ਨੇ ਆਪਣੀਆਂ ਕੁਝ ਸ਼ਰਤਾਂ ਰੱਖੀਆਂ ਸਨ। ਉਹਨਾਂ ਚੋਂ ਕੁਝ ਇਹ ਕਿ ਉਹ ਮੁਗਲ ਬਾਦਸ਼ਾਹ ਸਾਹਮਣੇ ਸਿਰ ਨਹੀਂ ਝੁਕਾਏਗਾ। ਆਪਣੇ ਹਥਿਆਰਬੰਦ ਸਾਥੀਆਂ ਸਮੇਤ ਘੋੜੇ ਉੱਤੇ ਬੈਠਿਆਂ ਲਾਲ ਕਿਲੇ 'ਚ ਦਾਖਲ ਹੋ ਕੇ ਉਸ ਦੇ ਸਾਹਮਣੇ ਜਾਵੇਗਾ ਅਤੇ ਜੇ ਕਿਤੇ ਜਾਂ ਕਿਸੇ ਵੱਲੋਂ ਕਿਸੇ ਤਰ੍ਹਾਂ ਦੀ ਅਵਗਿਆ ਜਾਂ ਬਦਸਲੂਕੀ ਕੀਤੀ ਗਈ ਤਾਂ ਉਸ ਦੇ ਨਤੀਜਿਆਂ ਦਾ ਜ਼ਿੰਮੇਵਾਰ ਉਹ ਆਪ ਨਹੀਂ ਹੋਵੇਗਾ। 1000 ਸਿੰਘਾਂ ਦੇ ਅੱਗੇ ਅੱਗੇ ਸਰਦਾਰ ਬਘੇਲ ਸਿੰਘ ਆਪਣੇ ਚੁਣੇ ਹੋਏ 5 ਸਿੰਘਾਂ ਨਾਲ ਸਾਰੇ ਜਥੇ ਦੀ ਅਗਵਾਈ ਕਰ ਰਿਹਾ ਸੀ। ਸ਼ਾਹ ਆਲਮ ਨੇ ਬਘੇਲ ਸਿੰਘ ਦਾ ਸਵਾਗਤ ਬੜੀ ਗਰਮਜੋਸ਼ੀ ਨਾਲ ਕੀਤਾ। ਕੁਝ ਦੇਰ ਤੱਕ ਉਸ ਸਮੇਂ ਦੇ ਰਾਜਨੀਤਿਕ ਹਾਲਾਤਾਂ ਬਾਰੇ ਗੱਲਾਂ ਕਰਨ ਤੋਂ ਬਾਅਦ ਸ਼ਾਹ ਆਲਮ ਨੇ ਬਘੇਲ ਸਿੰਘ ਦੇ ਸਨਮੁਖ ਇਹ ਤਜਵੀਜ਼ ਰੱਖੀ ਕਿ ਬਘੇਲ ਸਿੰਘ ਉਸ ਦਾ ਸਰਪ੍ਰਸਤ ਬਣ ਜਾਵੇ, ਪਰ ਬਘੇਲ ਸਿੰਘ ਨੇ ਮੁਗਲਿਆ ਸਲਤਨਤ ਭਾਵ ਸ਼ਾਹ ਆਲਮ ਦਾ ਸਰਪ੍ਰਸਤ ਬਣਨ ਤੋਂ ਇਨਕਾਰ ਕਰ ਦਿੱਤਾ। ਉਸ ਆਖਿਆ ਕਿ ਇਸ ਤਜਵੀਜ਼ ਦਾ ਦੂਜਾ ਅਰਥ ਇਹ ਹੋਵੇਗਾ ਕਿ ਸ਼ਾਹ ਆਲਮ ਤੋਂ ਮਿਲਣ ਵਾਲੀ ਰਕਮ ਅਤੇ ਕੁਝ ਸਹੂਲਤਾਂ ਬਦਲੇ ਸ਼ਾਹ ਆਲਮ ਲਈ ਸਿੰਘ ਲੜਨ ਮਰਨ ਅਤੇ ਹਕੂਮਤ ਉਹ ਕਰੇ। ਬਘੇਲ ਸਿੰਘ ਦੇ ਸਰਪ੍ਰਸਤ ਬਣਨ ਤੋਂ ਇਨਕਾਰ ਕਰਨ ਤੇ ਸਮਰੂ ਬੇਗਮ ਨੂੰ ਬਹੁਤ ਦੁੱਖ ਹੋਇਆ। ਹੁਣ 30-40 ਹਜ਼ਾਰ ਦੀ ਖਾਲਸਾ ਫੌਜ, ਘੋੜਿਆਂ,
ਊਠਾਂ ਦੇ ਰਸਤ ਪਾਣੀ ਦੇ ਖਰਚੇ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਦਿੱਲੀ ਵਾਸੀਆਂ ਦੀ ਬਣ ਗਈ ਹੋਈ ਸੀ। ਜੱਸਾ ਸਿੰਘ ਆਹਲੂਵਾਲੀਆ ਅਤੇ ਰਾਮਗੜੀਆ ਦੁਆਰਾ ਦਿੱਲੀ ਦੇ ਆਲੇ ਦੁਆਲੇ ਦੇ ਇਲਾਕਿਆਂ ਦੀ ਲੁੱਟਮਾਰ ਵੀ ਜਾਰੀ ਸੀ। ਲੁੱਟਮਾਰ ਨਾ ਕਰਨ ਅਤੇ ਦਿੱਲੀ ਦਾ ਘੇਰਾ ਛੱਡ ਕੇ ਜਾਣ ਬਾਰੇ ਵੀ ਸਿੱਖਾਂ ਅਤੇ ਸ਼ਾਹ ਆਲਮ ਵਿਚਕਾਰ ਗੱਲਬਾਤ ਚੱਲ ਰਹੀ ਸੀ। ਸੁਲਾਹਨਾਮੇ ਅਨੁਸਾਰ ਇਹ ਤੈਅ ਹੋਇਆ ਕਿ ਖਾਲਸਾ ਦਲ ਛੇਤੀ ਹੀ ਇੱਥੋਂ ਚਲਿਆ ਜਾਵੇਗਾ। ਬਘੇਲ ਸਿੰਘ ਆਪਣੇ ਸਿੰਘਾਂ ਨਾਲ ਦਿੱਲੀ 'ਚ ਰਹਿੰਦਿਆਂ ਦਿੱਲੀ 'ਚ ਅਮਨ ਅਤੇ ਸ਼ਾਂਤੀ ਕਾਇਮ ਰੱਖਣ ਦਾ ਜ਼ਿੰਮੇਵਾਰ ਹੋਏਗਾ। ਇਸ ਦੇ ਖਰਚੇ ਲਈ ਉਹ ਦਿੱਲੀ ਦੀ ਚੁੰਗੀ ਦੇ 1/3 ਤੋਂ ਵੱਧ ਭਾਗ ਦਾ ਹੱਕਦਾਰ ਹੋਵੇਗਾ। ਅਖੀਰਲੀ ਸ਼ਰਤ ਇਹ ਕਿ ਦਿੱਲੀ 'ਚ 7 ਯਾਦਗਾਰੀ ਗੁਰਦੁਆਰਿਆਂ ਦੇ ਨਿਰਮਾਣ ਅਤੇ ਨਿਰਮਾਣ ਤੋਂ ਬਾਅਦ ਉਹਨਾਂ ਦੀ ਦੇਖਭਾਲ ਅਤੇ ਖਰਚੇ ਦਾ ਪ੍ਰਬੰਧ ਕਰੇਗਾ। ਤੁਰਕਮਾਨ ਦਰਵਾਜ਼ੇ ਤੋਂ ਬਾਹਰ ਕਰਕੇ ਮਾਤਾ ਸੁੰਦਰੀ, ਜੈਪੁਰੇ ਵਿੱਚ ਬੰਗਲਾ ਸਾਹਿਬ ਅਤੇ ਹੋਰ 4 ਗੁਰਦੁਆਰਿਆਂ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਨ 'ਚ ਕੋਈ ਬਹੁਤੀ ਔਕੜ ਨਹੀਂ ਆਈ। ਜਦ ਗੁਰਦੁਆਰਾ ਸੀਸਗੰਜ ਬਣਾਉਣ ਦੀ ਵਾਰੀ ਆਈ ਤਾਂ ਇਹ ਪਤਾ ਲਾਉਣਾ ਮੁਸ਼ਕਲ ਹੋ ਗਿਆ ਕਿ ਉਹ ਸਥਾਨ ਕਿਹੜਾ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ। ਬਹੁਤ ਪੁੱਛਗਿੱਛ ਕਰਨ ਤੇ ਇੱਕ ਮਾਸ਼ਕਨ ਸਾਹਮਣੇ ਆਈ ਜਿਸ ਨੇ ਇੱਕ ਥਾਂ ਵੱਲ ਇਸ਼ਾਰਾ ਕਰਦਿਆਂ ਦੱਸਿਆ ਕਿ ਇਸ ਸਥਾਨ ਉੱਤੇ ਸਿੱਖਾਂ ਦਾ ਪੀਰ ਇੱਕ ਲੱਕੜੀ ਦੀ ਚੌਂਕੀ ਤੇ ਬੈਠਿਆ ਸੀ। ਇੱਥੇ ਉਹਨਾਂ ਦਾ ਸਿਰ ਧੜ ਤੋਂ ਵੱਖਰਾ ਕੀਤਾ ਗਿਆ ਅਤੇ ਉਸ ਦੇ ਪਿਓ ਨੇ ਲਹੂ ਨਾਲ ਲਿਬੜੀ ਉਹ ਚੌਂਕੀ ਅਤੇ ਉਹ ਥਾਂ ਸਾਫ਼ ਕੀਤੀ ਸੀ। ਜਦ ਬਘੇਲ ਸਿੰਘ ਰਕਾਬਗੰਜ ਪਹੁੰਚਿਆ ਜਿੱਥੇ ਲੱਖੀ ਸ਼ਾਹ ਵਣਜਾਰੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਦਾ ਦਾਹ ਸੰਸਕਾਰ ਕੀਤਾ ਸੀ ਤਾਂ ਵੇਖਿਆ ਕਿ ਉਸ ਸਥਾਨ ਤੇ ਮਸੀਤ ਬਣੀ ਹੋਈ ਸੀ। ਬਘੇਲ ਸਿੰਘ ਨੇ ਮਸੀਤ ਨੂੰ ਢਾਉਣ ਦਾ ਹੁਕਮ ਦੇ ਦਿੱਤਾ। ਜਦ ਦਿੱਲੀ ਦੇ ਮੁਸਲਮਾਨਾਂ ਨੂੰ ਪਤਾ ਲੱਗਾ ਤਾਂ ਦਿੱਲੀ ਦੇ ਕਈ ਹਜ਼ਾਰ ਮੁਸਲਮਾਨ ਅਤੇ ਜਾਮਾ ਮਸਜਿਦ ਦਾ ਇਮਾਮ ਆਣ ਇਕੱਠੇ ਹੋਏ। ਜਹਾਦ ਦਾ ਨਾਰਾ ਬੁਲੰਦ ਹੋ ਗਿਆ ਕਿ ਉਹ ਮਸਜਿਦ ਨਹੀਂ ਢਾਉਣ ਦੇਣਗੇ। ਬਘੇਲ ਸਿੰਘ ਨੇ ਕਿਹਾ ਕਿ ਇਹ ਇੱਕ ਪੇਚੀਦਾ ਮਸਲਾ ਹੈ ਅਤੇ ਉਹ ਉਹਨਾਂ ਦੇ ਨੁਮਾਇੰਦਿਆਂ ਨਾਲ ਗੱਲ ਕਰਨਾ ਚਾਹੇਗਾ। ਜਦ ਉਹਨਾਂ ਦੇ 100 ਨੁਮਾਇੰਦੇ ਇਕੱਠੇ ਹੋ ਗਏ ਤਾਂ ਬਘੇਲ ਸਿੰਘ ਉਹਨਾਂ ਨੂੰ ਸੰਬੋਧਿਤ ਹੁੰਦਿਆਂ ਬੋਲਿਆ, ਤੁਸੀਂ ਇਹ ਦੱਸਣ ਦੀ ਕਿਰਪਾ ਕਰੋਗੇ ਕਿ ਇਹ ਸਥਾਨ ਤੇ ਤੁਹਾਡਾ ਕੋਈ ਪੀਰ ਫਕੀਰ ਦਫਨ ਹੋਵੇ ਤਾਂ ਉੱਥੇ ਗੁਰਦੁਆਰਾ ਜਾਂ ਮੰਦਿਰ ਬਣਨਾ ਜਾਇਜ਼ ਹੋਏਗਾ? ਬਿਲਕੁਲ ਨਹੀਂ, ਉੱਥੇ ਤਾਂ ਮਸਜਿਦ ਹੀ ਬਣੇਗੀ। ਪਰ ਵਿੱਚੋਂ ਕੁਝ ਸਿਆਣੇ ਮੁਸਲਮਾਨਾਂ ਨੂੰ ਇਹ ਅਨੁਮਾਨ ਲਗਾਉਣ 'ਚ ਦੇਰ ਨਾ ਲੱਗੀ ਕਿ ਬਹਿਸ ਦਾ ਰੁਖ ਕਿਸ ਪਾਸੇ ਜਾ ਰਿਹਾ ਹੈ। ਫਿਰ ਇਹ ਦੱਸਣ ਦੀ ਮਿਹਰਬਾਨੀ ਵੀ ਕਰੋਗੇ ਕਿ ਗੁਰੂ ਤੇਗ ਬਹਾਦਰ ਤੁਹਾਡਾ ਪੀਰ ਸੀ ਕਿ ਸਾਡਾ, ਤੁਹਾਡਾ ਸਿੱਖਾਂ ਦਾ? ਹੁਣ ਸਿਰਫ 2-3 ਆਵਾਜ਼ਾਂ ਹੀ ਆਈਆਂ, ਬਾਕੀਆਂ ਨੂੰ ਮੌਲਵੀ ਆਲਫਦੀਨ ਅਤੇ ਵਕਾਰ ਅਲੀ ਨੇ ਇਸ਼ਾਰਾ ਕਰਕੇ ਚੁੱਪ ਕਰਾ ਦਿੱਤਾ। ਪਹਿਲਾਂ ਤਾਂ ਤੁਸਾਂ ਲੋਕਾਂ ਸਾਡੇ ਗੁਰੂ ਨੂੰ ਸ਼ਹੀਦ ਕਰਨ ਦਾ ਜ਼ੁਰਮ ਕੀਤਾ। ਇਨਸਾਫ ਦਾ ਤਕਾਜ਼ਾ ਤਾਂ ਇਹੀ ਹੈ ਕਿ ਖਾਲਸਾ ਤੁਹਾਡੇ ਪੀਰਾਂ ਅਤੇ ਨੁਮਾਇੰਦਿਆਂ ਨੂੰ ਕਤਲ ਕਰਕੇ ਉਸ ਦਾ ਬਦਲਾ ਲਵੇ। ਪਰ ਮੈਂ ਇਸ ਤਰ੍ਹਾਂ ਕਰਨਾ ਨਹੀਂ ਚਾਹੁੰਦਾ। ਜਿਨ੍ਹਾਂ ਨੇ ਕਤਲ ਕਰਵਾਇਆ ਉਹਨਾਂ ਤੋਂ ਅੱਲਾ ਨੇ ਆਪ ਬਦਲਾ ਲੈ ਲਿਆ। ਅੱਜ ਉਹਨਾਂ ਦੀ ਔਲਾਦ ਦਾ ਕੀ ਹਸ਼ਰ ਹੋ ਰਿਹਾ ਹੈ ਅਤੇ ਕੀ ਹੋਏਗਾ ਤੁਸੀਂ ਚੰਗੀ ਤਰ੍ਹਾਂ ਸਮਝ ਸਕਦੇ ਹੋ। ਹੁਣ ਤੁਸੀਂ ਸਾਡੇ ਗੁਰੂ ਦੇ ਦਾਹ ਸੰਸਕਾਰ ਦੇ ਸਥਾਨ ਤੇ ਆਪਣੀ ਮਸੀਤ ਬਣਾਉਣ ਦੀ ਗਲਤੀ ਕੀਤੀ। ਭਲਾ ਇਹ ਕਿੱਥੋਂ ਦਾ ਇਨਸਾਫ ਹੈ? ਸਾਰੇ ਨੁਮਾਇੰਦੇ ਇੱਕ ਦੂਜੇ ਵੱਲ ਵੇਖਣ ਲੱਗੇ। ਫਿਰ ਮੌਲਵੀ ਅਲਫਦੀਨ ਬੋਲਿਆ, ਇਸ ਬਾਰੇ ਅਸੀਂ ਕੁਝ ਨਹੀਂ ਜਾਣਦੇ, ਪਰ ਜਿੱਥੇ ਇੱਕ ਵਾਰੀ ਮਸਜਿਦ ਬਣ ਜਾਏ ਉਹ ਨਾ ਢਹਿ ਸਕਦੀ ਹੈ ਤੇ ਨਾ ਉੱਥੇ ਕੋਈ ਗੁਰਦੁਆਰਾ ਜਾਂ ਮੰਦਿਰ ਬਣ ਸਕਦਾ ਹੈ। ਵਾਹ, ਮੰਦਿਰ ਗੁਰਦੁਆਰੇ ਢਾਹ ਕੇ ਮਸਜਿਦ ਬਣ ਸਕਦੀ ਹੈ ਪਰ ਮਸਜਿਦ ਦੀ ਥਾਂ ਗੁਰਦੁਆਰਾ ਨਹੀਂ। ਇਹ ਤੇ ਜ਼ੋਰ ਜ਼ਬਰਦਸਤੀ ਹੋਈ, ਕੋਈ ਦਲੀਲ ਨਾ ਹੋਈ। ਤੁਸੀਂ ਕੁਝ ਵੀ ਸਮਝੋ ਪਰ ਸਾਡੇ ਦੀਨ ਦਾ ਸਵਾਲ ਹੈ। ਆਹ ਵੇਖੋ, ਬਘੇਲ ਸਿੰਘ ਨੇ ਸ਼ਾਹ ਆਲਮ ਦੇ ਹੁਕਮ ਦੀ ਸਨਦ ਵਿਖਾਉਂਦਿਆਂ ਆਖਿਆ, ਮੈਂ ਕੋਈ ਗੈਰ ਕਾਨੂੰਨੀ ਕੰਮ ਨਹੀਂ ਕਰ ਰਿਹਾ। ਜਦ ਤੱਕ ਇਹ ਗੁਰਦੁਆਰਾ ਨਹੀਂ ਬਣੇਗਾ ਤਦ ਤੱਕ ਖਾਲਸਾ ਦਲ ਦੇ ਸਿੰਘ ਵੀ ਦਿੱਲੀ ਦੇ ਬਾਹਰ ਡੇਰੇ ਲਾਈ ਰੱਖਣਗੇ ਅਤੇ 30,000 ਖਾਲਸੇ ਘੋੜਿਆਂ, ਬਲਦਾਂ ਅਤੇ ਊਠਾਂ ਆਦਿ ਦਾ ਖਰਚਾ ਵੀ ਤੁਹਾਨੂੰ ਦਿੱਲੀ ਵਾਲਿਆਂ ਨੂੰ ਚੁੱਕਣਾ ਪਵੇਗਾ। ਇਹ ਤੇ ਜ਼ੋਰ ਜ਼ਬਰਦਸਤੀ ਹੋਈ ਸਾਡੇ ਉੱਤੇ। ਵਕਾਰ ਅਲੀ ਬੋਲਿਆ, ਵਾਹ, ਜਦੋਂ ਤੁਸੀਂ ਜ਼ੋਰ ਜ਼ਬਰਦਸਤੀ ਕਰੋ ਤਾਂ ਦੀਨ ਧਰਮ, ਅਤੇ ਜੇ ਅਸੀਂ ਆਪਣਾ ਧਰਮ ਭਾਈਏ ਤਾਂ ਜ਼ੋਰ ਜ਼ਬਰਦਸਤੀ। ਕੁਝ ਦੇਰ ਚੁੱਪ ਪਸਰੀ ਰਹੀ। ਫਿਰ ਮੌਲਵੀ ਅਲਫਦੀਨ ਬੋਲਿਆ, ਇਹ ਤੇ ਦੁਰਸਤ ਹੈ
ਪਰ ਇਸ ਵੇਲੇ ਹਜ਼ਾਰਾਂ ਮੁਸਲਮਾਨ ਬਾਹਰ ਖੜੇ ਨੇ। ਤੁਸੀਂ ਜਾਣਦੇ ਹੋ ਮਜ਼ਹਬ ਦੇ ਮਸਲਿਆਂ 'ਚ ਦਲੀਲਾਂ ਨਹੀਂ ਚੱਲਦੀਆਂ। ਮੁਸਲਮਾਨ ਹਾਕਮਾਂ ਨੇ ਪੰਜਾਬ 'ਚ ਜਿੰਨੇ ਵੀ ਗੁਰਦੁਆਰੇ ਅਤੇ ਮੰਦਿਰ ਢਾਹ ਕੇ ਮਸੀਤਾਂ ਬਣਾਈਆਂ ਸਨ, ਉੱਥੇ ਮੁੜ ਗੁਰਦੁਆਰੇ ਤੇ ਮੰਦਿਰ ਬਣ ਗਏ। ਇਸ ਭੀੜ ਨੂੰ ਉੱਥੇ ਭੇਜੋ ਜਹਾਦ ਕਰਨ ਲਈ। ਜਹਾਦ ਦਾ ਨਾਰਾ ਤੁਸੀਂ ਨਹੀਂ, ਹੋਰ ਵੀ ਲਾ ਸਕਦੇ ਹਨ। ਉਹ ਪੰਜਾਬ ਸੀ, ਇਹ ਦਿੱਲੀ ਹੈ। ਬਘੇਲ ਸਿੰਘ ਨੂੰ ਕ੍ਰੋਧ ਆ ਗਿਆ ਅਤੇ ਉਹ ਬੋਲਿਆ, ਤਾਂ ਫੇਰ ਸਮਝ ਲਓ ਅੱਜ ਤੋਂ ਦਿੱਲੀ ਵੀ ਪੰਜਾਬ ਦਾ ਹਿੱਸਾ ਬਣ ਗਿਆ। ਮੈਂ ਹੁਣੇ ਜੱਸਾ ਸਿੰਘ ਆਹਲੂਵਾਲੀਆ ਅਤੇ ਹੋਰ ਸਰਦਾਰਾਂ ਨੂੰ ਬੁਲਾ ਕੇ ਗੱਲ ਕਰਦਾ ਹਾਂ। ਕੱਲ ਤੋਂ ਸਿੱਖ ਸਰਪੰਚਾਂ ਦਾ ਰਾਜ ਸ਼ੁਰੂ ਹੋਵੇਗਾ ਅਤੇ ਲਾਲ ਕਿਲੇ ਤੇ ਖਾਲਸੇ ਦਾ ਝੰਡਾ ਝੁੱਲੇਗਾ। ਮੁਸਲਮਾਨ ਨੁਮਾਇੰਦਿਆਂ ਵਿਚਕਾਰ ਘੁਸਰ ਮੁਸਰ ਹੋਣ ਲੱਗੀ। ਕੁਝ ਬਘੇਲ ਸਿੰਘ ਦੀਆਂ ਦਲੀਲਾਂ ਤੋਂ ਪ੍ਰਭਾਵਿਤ ਸਨ, ਕੁਝ ਡਰੇ ਅਤੇ ਕੁਝ ਅੜੇ ਰਹੇ। ਬਘੇਲ ਸਿੰਘ ਸਾਰਿਆਂ ਨੂੰ ਸੰਬੋਧਿਤ ਹੁੰਦਾ ਬੋਲਿਆ, ਠੀਕ ਹੈ, ਤੁਸੀਂ ਆਪਸ ਵਿੱਚ ਸਲਾਹ ਮਸ਼ਵਰਾ ਕਰ ਲਓ। ਮੈਂ ਤੁਹਾਨੂੰ 2 ਹਫ਼ਤੇ ਦੀ ਮੋਹਲਤ ਦਿੰਦਾ ਹਾਂ। ਉਸ ਤੋਂ ਬਾਅਦ ਜੋ ਵੀ ਤੁਹਾਡਾ ਫੈਸਲਾ ਹੋਏਗਾ ਮੈਨੂੰ ਦੱਸ ਦੇਣਾ। ਆਪਣੇ ਤੰਬੂ ਆ ਕੇ ਸਰਦਾਰ ਬਘੇਲ ਸਿੰਘ ਨੇ ਸ਼ਮਰੂ ਬੇਗਮ, ਲਖਪਤ ਰਾਏ ਅਤੇ ਮਨਸੂਰ ਖਾਂ ਮਵਾਤੀ ਨੂੰ ਬੁਲਾਵਾ ਭੇਜਿਆ। ਇਹ ਤਿੰਨੋਂ ਉਸ ਦੇ ਸਲਾਹਕਾਰ ਅਤੇ ਹਮਾਇਤੀ ਸਨ। ਸਾਰੀ ਗੱਲ ਸੁਣਨ ਤੋਂ ਬਾਅਦ ਲਖਪਤ ਰਾਏ ਬੋਲਿਆ, ਜਦੋਂ ਤੁਸੀਂ ਉਹਨਾਂ ਮੌਲਾਣਿਆਂ ਨਾਲ ਬਹਿਸ ਕਰ ਰਹੇ ਸੀ, ਮੈਂ ਭੇਸ ਬਦਲ ਕੇ ਉਹਨਾਂ ਵਿਚਕਾਰ ਹੀ ਖੜਾ ਸੀ। ਇਹ ਦੀਨ ਧਰਮ ਦੇ ਮਾਮਲੇ ਬੜੇ ਨਾਜ਼ੁਕ ਹੁੰਦੇ ਹਨ। ਤੁਸੀਂ ਉਹਨਾਂ ਨਾਲ ਤਰਕ ਦੇ ਸਹਾਰੇ ਬਹਿਸ ਕਰ ਰਹੇ ਸੀ। ਧਰਮ ਦੇ ਵਿਸ਼ਵਾਸ, ਤਰਕ ਅਤੇ ਅਕਲ ਦਾ ਕੋਈ ਵਾਸਤਾ ਨਹੀਂ ਹੁੰਦਾ। ਬਘੇਲ ਸਿੰਘ ਨੇ ਸ਼ਮਰੂ ਬੇਗਮ ਵੱਲ ਪ੍ਰਸ਼ਨ ਭਰੀਆਂ ਨਜ਼ਰਾਂ ਨਾਲ ਤੱਕਿਆ। ਮੈਂ ਸੋਚ ਰਹੀ ਹਾਂ ਕਿ ਪੀਰਾਂ ਪੈਗੰਬਰਾਂ ਨੇ ਆਦਮੀ ਨੂੰ ਅੰਧ ਵਿਸ਼ਵਾਸਾਂ ਤੋਂ ਮੁਕਤ ਹੋਣ ਦਾ ਪੈਗਾਮ ਦਿੱਤਾ ਸੀ, ਪਰ ਲੱਗਦਾ ਏ ਕਿ ਆਦਮੀ ਨੂੰ ਅੰਧ ਵਿਸ਼ਵਾਸਾਂ ਨਾਲ ਬੇਹੱਦ ਪਿਆਰ ਹੈ। ਉਹ ਪੁਰਾਣੇ ਛੱਡ ਕੇ ਨਵੇਂ ਅੰਧ ਵਿਸ਼ਵਾਸ ਘੜ ਲੈਂਦਾ ਹੈ। ਇਸ ਤਰ੍ਹਾਂ ਦੀਆਂ ਗੱਲਾਂ 'ਚ ਮੇਰਾ ਨਜ਼ਰੀਆ ਬੜਾ ਸਾਫ਼ ਹੈ। ਆਪਣੇ ਮਜ਼ਹਬ ਜਾਂ ਅਕੀਦਿਆਂ ਨੂੰ ਦੂਜਿਆਂ ਦੇ ਵਿਸ਼ਵਾਸਾਂ ਤੋਂ ਬਿਹਤਰ ਸਮਝਣਾ ਅਤੇ ਉਹਨਾਂ ਨੂੰ ਦੂਜਿਆਂ ਦੇ ਸਿਰ ਤੇ ਥੋਪਣਾ ਬੁਨਿਆਦੀ ਤੌਰ ਤੇ ਗਲਤ ਹੈ। ਇਹ ਤੇ ਮੈਂ ਵੀ ਸਮਝਦਾ ਹਾਂ, ਪਰ ਮੈਂ ਤੁਹਾਨੂੰ ਇਸ ਸਮੱਸਿਆ ਦਾ ਹੱਲ ਲੱਭਣ ਲਈ ਬੁਲਾਇਆ ਹੈ। ਸਰਦਾਰ ਬਘੇਲ ਸਿੰਘ ਨੇ ਉਹਨਾਂ ਵੱਲ ਤੱਕਦਿਆਂ ਆਖਿਆ, ਅਤੇ ਮੇਰੇ ਕੋਲ ਇਸ ਬਾਰੇ ਸ਼ਾਹ ਆਲਮ ਦਾ ਅਹਿਦਨਾਮਾ ਵੀ ਹੈ। ਹੁਣ ਇਹ ਮਾਮਲਾ ਸ਼ਾਹ ਆਲਮ ਦੇ ਹੱਥੋਂ ਨਿਕਲ ਕੇ ਮੁੱਲਾ ਮੁਲਾਣਿਆਂ ਦੇ ਹੱਥ 'ਚ ਆ ਗਿਆ ਹੈ। ਇਹਨਾਂ ਮੁਲਾਣਿਆਂ ਨੇ ਤਾਂ ਆਪਣੇ 500-600 ਆਦਮੀ ਵੀ ਰਕਾਬਗੰਜ ਦੁਆਰੇ ਤਾਇਨਾਤ ਕਰ ਦਿੱਤੇ ਹਨ। ਲਖਪਤ ਰਾਏ ਬੋਲਿਆ, ਮੈਂ ਕਿਸੇ ਖੂਨ ਖਰਾਬੇ ਤੋਂ ਡਰ ਰਹੀ ਹਾਂ। ਮਜ਼ਹਬ ਅਤੇ ਆਪਣੇ ਘਰ ਪਰਿਵਾਰ ਲਈ ਆਦਮੀ ਕੀ ਕੁਝ ਨਹੀਂ ਕਰ ਸਕਦਾ। ਸ਼ਮਰੂ ਬੇਗਮ ਨੇ ਆਪਣੀ ਰਾਏ ਜ਼ਾਹਰ ਕਰਦਿਆਂ ਆਖਿਆ। ਬਘੇਲ ਸਿੰਘ ਕੁਝ ਸੋਚਦਿਆਂ ਮਨ ਹੀ ਮਨ ਕਹਿ ਉੱਠਿਆ। ਕੁਝ ਚਿਰ ਚੁੱਪ ਰਹਿਣ ਬਾਅਦ ਪ੍ਰਸ਼ਨ ਭਰੀਆਂ ਨਜ਼ਰਾਂ ਨਾਲ ਪਹਿਲਾਂ ਸ਼ਮਰੂ ਬੇਗਮ, ਫਿਰ ਮਨਸੂਰ ਖਾਂ ਮਵਾਤੀ ਵੱਲ ਤੱਕਦਿਆਂ ਆਖਿਆ, ਤੁਹਾਡਿਆਂ ਚੋਂ ਇੱਕ ਜਮਨਾ ਦੇ ਪੂਰਬ ਵੱਲ ਅਤੇ ਦੂਜਾ ਪੱਛਮ ਵੱਲ ਰਹਿੰਦਾ ਹੈ। ਇਹਨਾਂ ਸਾਰਿਆਂ ਸਰਗਣਿਆਂ ਚੋਂ ਬਹੁਤੀਆਂ ਦੀਆਂ ਜਗੀਰਾਂ ਜਾਂ ਮੇਠ ਬੁਲੰਦ ਸ਼ਹਿਰ ਵਾਲੇ ਪਾਸੇ ਹਨ, ਜਾਂ ਗੁੜਗਾਵਾਂ ਨੂੰ ਅਤੇ ਫਿਰੋਜ਼ਪੁਰ ਪਚਿਰਕਾਂ ਵਾਲੇ ਪਾਸੇ। ਮੈਨੂੰ ਇਹਨਾਂ ਸਾਰਿਆਂ ਦੇ ਘਰਾਂ ਜਾਗੀਰਾਂ ਦੇ ਪਤੇ ਚਾਹੀਦੇ ਹਨ। ਕਰ ਸਕੋਗੇ ਇਹ ਕੰਮ? ਇਹ ਕੋਈ ਮੁਸ਼ਕਲ ਨਹੀਂ। ਪਰ ਮਵਾਤੀ ਬਘੇਲ ਸਿੰਘ ਵੱਲ ਤੱਕਦਿਆਂ ਬੋਲਿਆ, ਇਹ ਮੈਂ ਬਾਅਦ ਵਿੱਚ ਹੀ ਦੱਸਾਂਗਾ, ਪਰ ਇਹ ਸਾਰਾ ਕੰਮ ਚੁੱਪਚਾਪ ਹੋਣਾ ਚਾਹੀਦਾ ਹੈ, ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ। 3-4 ਦਿਨਾਂ ਬਾਅਦ ਹੀ 100 ਸਰਗਣਿਆਂ ਦੀਆਂ ਜਗੀਰਾਂ ਦੇ ਥੋ ਪਤੇ ਬਘੇਲ ਸਿੰਘ ਦੇ ਹੱਥ ਵਿੱਚ ਸਨ। ਫਿਰ ਉਸਨੇ ਆਪਣੇ 40 ਕੁ ਸਰਦਾਰਾਂ ਨੂੰ ਚੁਣਿਆ ਤੇ ਉਹ ਸੂਚੀਆਂ ਉਹਨਾਂ ਦੇ ਹੱਥ ਫੜਾਉਂਦਿਆਂ ਆਖਿਆ, ਇਹਨਾਂ ਜਗੀਰਾਂ ਤੇ ਹਮਲੇ ਕਰਕੇ ਉਹਨਾਂ ਦਾ ਸਾਰਾ ਰੁਪਇਆ, ਪੈਸਾ, ਮਾਲ ਡੰਗਰ, ਘਰਾਂ ਦਾ ਸਾਰਾ ਸਮਾਨ, ਇੱਥੋਂ ਤੱਕ ਕਿ ਘਰਾਂ ਦੇ ਬੂਹੇ ਤੱਕ ਲਾ ਕੇ ਆਪਣੇ ਕਬਜ਼ੇ ਕਰ ਲਓ। 2 ਹਫ਼ਤੇ ਦੀ ਮਿਆਦ ਸਮਾਪਤ ਹੋਣ ਤੋਂ ਪਹਿਲਾਂ ਹੀ ਉਹਨਾਂ 100 ਨੁਮਾਇੰਦਿਆਂ ਚੋਂ 95 ਨੇ ਸਰਦਾਰ ਬਘੇਲ ਸਿੰਘ ਨੂੰ ਲਿਖ ਕੇ ਦੇ ਦਿੱਤਾ ਕਿ ਰਕਾਬਗੰਜ ਸਿੱਖਾਂ ਦੇ ਗੁਰੂ ਪੀਰ ਦੇ ਦਾਹ ਸੰਸਕਾਰ ਦਾ ਪਾਕ ਮੁਕਾਮ ਹੈ, ਲਿਹਾਜ਼ਾ ਇਸ ਜਗ੍ਹਾ ਤੇ ਮਸਜਿਦ ਢਾਹ ਕੇ ਗੁਰਦੁਆਰਾ ਬਣਾਏ ਜਾਣ 'ਚ ਉਹਨਾਂ ਨੂੰ ਕੋਈ ਇਤਰਾਜ਼ ਨਹੀਂ। ਇਹ ਘਟਨਾ ਸਨ 1783 ਦੀ ਹੈ। ਕੁਝ ਦਿਨ ਦਿੱਲੀ 'ਚ ਠਹਿਰਨ ਤੋਂ ਬਾਅਦ ਜੱਸਾ ਸਿੰਘ ਰਾਮਗੜੀਆ
ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਵਾਪਸ ਪੰਜਾਬ ਨੂੰ ਚਲੇ ਗਏ ਤੇ ਸਰਦਾਰ ਬਘੇਲ ਸਿੰਘ 6 ਮਹੀਨੇ ਤੱਕ ਦਿੱਲੀ ਹੀ ਰਿਹਾ ਅਤੇ ਸਾਰੇ ਯਾਦਗਾਰੀ ਗੁਰਦੁਆਰਿਆਂ ਦੀ ਨਿਸ਼ਾਨਦੇਹੀ ਕਰਕੇ ਉੱਥੇ ਗੁਰਦੁਆਰੇ ਉਸਾਰਨੇ ਸ਼ੁਰੂ ਕਰ ਦਿੱਤੇ। ਜੇ ਆਪ ਜੀ ਨੂੰ ਇਹ ਵਿਚਾਰ ਚੰਗੇ ਲੱਗੇ ਹਨ ਤਾਂ ਅੱਗੇ ਜਰੂਰ ਭੇਜੋ ਤਾਂ ਕਿ ਹੋਰ ਵੀ ਸੁਣ ਸਕਣ। ਹਵਾਲਾ ਭਾਰਤੀ ਇਤਿਹਾਸ ਮਿਥਿਹਾਸ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।